ਮੇਰਾ ਘਰ ਵਾਲਾ ਅਮਰੀਕਾ ਸੀ ਤੇ ਮੇਰੀ ਸੱਸ ਬੇਸਹਾਰਾ ਕੁੜੀਆਂ ਤੋਂ ਗਲਤ ਕੰਮ ਕਰਵਾਉਂਦੀ। ਜੇ ਮੈਂ ਮਨਾ ਕਰਦੀ ਤਾਂ ਕਹਿੰਦੀ ਸ਼ੁਕਰ ਕਰ ਤੈਨੂੰ ਛੱਡ ਦਿੱਤਾ। ਇਹ ਸੁਣ ਕੇ ਮੈਂ ਚੁੱਪ ਹੋ ਜਾਂਦੀ। ਇੱਕ ਦਿਨ ਮੇਰੀ ਸੱਸ 14 ਸਾਲ ਦੀ ਅਨਾਥ ਕੁੜੀ ਨੂੰ ਘਰ ਲੈ ਆਈ ਤੇ ਕਹਿਣ ਲੱਗੀ, ਇਹ ਸੋਨੇ ਦੀ ਚਿੜੀ ਹੈ। ਜਿੱਦਾਂ ਹੀ ਰਾਤ ਨੂੰ ਉਸ ਦੇ ਕਮਰੇ ਵਿੱਚ ਕੋਈ ਆਦਮੀ ਜਾਂਦਾ ਤਾਂ ਉਹ ਵਾਪਸ ਭੱਜ ਜਾਂਦਾ। ਇੱਕ ਦਿਨ ਮੇਰੀ ਸੱਸ ਨੇ ਇੱਕ ਆਦਮੀ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ, ਆਪ ਜਾ ਕੇ ਦੇਖ ਲਓ। ਮੇਰੀ ਸੱਸ ਕਮਰੇ ਵਿੱਚ ਗਈ ਤਾਂ ਜਲਦੀ ਨਾਲ ਭੱਜਦੀ ਹੋਈ ਬਾਹਰ ਆਈ, ਕਿਉਂਕਿ ਉਹ ਕੁੜੀ ਤਾਂ ਅੱਜ ਫੇਰ ਮੇਰੀ ਸੱਸ ਇੱਕ ਬੇਸਹਾਰਾ ਕੁੜੀ ਨੂੰ ਘਰ ਲਿਆਈ ਸੀ। 4 ਮਹੀਨੇ ਵਿੱਚ 6ਵੀਂ ਕੁੜੀ ਸੀ ਜੋ ਮੇਰੀ ਸੱਸ ਘਰ ਲਿਆਈ ਸੀ। ਮੈਂ ਸਮਝ ਨਹੀਂ ਸਕਦੀ ਸੀ ਕਿ ਆਖਰ ਮੇਰਾ ਘਰ ਵਾਲਾ ਅਮਰੀਕਾ ਵਿੱਚ ਕੀ ਕਮਾਉਂਦਾ ਸੀ, ਜੋ ਮੇਰੀ ਸੱਸ ਹਰ 20-22 ਦਿਨਾਂ ਬਾਅਦ ਅਨਾਥ ਆਸ਼ਰਮ ਤੋਂ ਇੱਕ ਬੇਸਹਾਰਾ ਕੁੜੀ ਨੂੰ ਲੈ ਆਉਂਦੀ ਸੀ ਤੇ ਕਹਿੰਦੀ ਸੀ ਕਿ ਅਜੇ ਕਿੰਨੇ ਪੈਸੇ ਭੇਜਦਾ ਹੈ। ਬਹੂ ਤੇ ਮੇਰਾ ਖਰਚਾ ਹੀ ਕੀ ਹੈ। ਅਸੀਂ ਦੋ ਹੀ ਤਾਂ ਲੋਕ ਹਾਂ ਤੇ ਸਾਡਾ ਦੋਨਾਂ ਦਾ ਕਿਹੜਾ ਇੰਨਾ ਖਰਚਾ ਹੁੰਦਾ ਹੈ। ਚੰਗਾ ਇਹ ਬੇਸਹਾਰਾ ਕੁੜੀਆਂ ਵੀ ਕੁਝ ਖਾ ਲੈਣਗੀਆਂ। ਗੱਲ ਕੁਝ ਖਾਣ ਦੀ ਨਹੀਂ ਸੀ, ਮੈਂ ਬਸ ਦੇਖਦੀ ਰਹਿ ਗਈ, ਪਰ ਕੁਝ ਕਹਿ ਨਾ ਸਕੀ ਕਿ ਇਸ ਨੂੰ ਕੀ ਫਰਕ ਪੈਂਦਾ ਹੈ। ਮੇਰਾ ਘਰ ਵਾਲਾ ਤਾਂ ਘਰ ਤੋਂ ਦੂਰ ਧੱਕੇ ਖਾ ਰਿਹਾ ਹੈ। ਇੱਥੇ ਤੱਕ ਨੌਕਰੀ ਕਰਦਾ ਸੀ, ਹੁਣ ਤਾਂ ਉਸਨੇ ਓਵਰਟਾਈਮ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਪਿੱਛੋਂ ਉਸਦੀ ਮਾਂ ਤੇ ਮੈਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਤੇ ਇੱਥੇ ਮੇਰੀ ਸੱਸ 2 ਹੱਥਾਂ ਤੋਂ ਪੈਸਾ ਲਟਾ ਰਹੀ ਸੀ। ਮੈਂ ਆਪਣੇ ਘਰ ਵਾਲੇ ਦੀ ਜੁਦਾਈ ਸਹਿ ਰਹੀ ਸੀ ਤੇ ਮੇਰਾ ਦਿਲ ਜਲਦਾ ਰਹਿੰਦਾ ਸੀ ਆਪਣੀ ਸੱਸ ਦੀ ਇਹੋ ਜਿਹੀ ਆਦਤ ਦੇ ਉੱਤੇ। ਪਰ ਮੈਂ ਕੁਝ ਕਹਿ ਨਹੀਂ ਸਕਦੀ ਸੀ, ਕਿਉਂਕਿ ਮੇਰੇ ਘਰ ਵਾਲੇ ਨੇ ਕਿਹਾ ਸੀ, ਮਾਂ ਨੂੰ ਕੁਝ ਨਹੀਂ ਕਹਿਣਾ। ਮੈਂ ਆਪਣੀ ਮਾਂ ਦੇ ਖਿਲਾਫ ਕੁਝ ਨਹੀਂ ਸੁਣ ਸਕਦਾ। ਜਦੋਂ ਵੀ ਉਹ ਮੈਨੂੰ ਫੋਨ ਕਰਦੇ, ਸਾਰਾ ਸਮੇਂ ਸਾਡੀਆਂ ਸ਼ਿਕਾਇਤਾਂ ਵਿੱਚ ਹੀ ਲੰਘ ਜਾਂਦਾ। ਮੈਂ ਇਹੀ ਕਹਿੰਦੀ ਕਿ ਮਾਂ ਜੀ ਨੂੰ ਪੈਸੇ ਸੰਭਾਲ ਕੇ ਰੱਖਣੇ ਚਾਹੀਦੇ ਨੇ ਤਾਂ ਜੋ ਬੈਂਕ ਬੈਲੈਂਸ ਠੀਕ ਹੋਵੇ ਤੇ ਤੁਸੀਂ ਜਲਦੀ ਵਾਪਸ ਆ ਜਾਓ। ਮੈਂ ਕਦੋਂ ਤੱਕ ਜੁਦਾਈ ਸਹਾਂਗੀ। ਮੇਰੇ ਵਿਆਹ ਨੂੰ 5 ਮਹੀਨੇ ਹੀ ਤਾਂ ਹੋਏ ਸੀ। ਮੇਰਾ ਤੇ ਅਜੇ ਦਾ ਸਾਥ ਬਸ 1 ਮਹੀਨੇ ਹੀ ਰਿਹਾ ਸੀ। ਉਸ ਦੀ ਛੁੱਟੀ ਖਤਮ ਹੋ ਗਈ ਤਾਂ ਉਹ ਵਾਪਸ ਅਮਰੀਕਾ ਚਲਾ ਗਿਆ ਤੇ ਮੈਂ ਇਕੱਲੀ ਰਹਿ ਗਈ ਸੀ। ਜਿੰਨੀ ਵੀ ਮੈਂ ਬੱਚਤ ਕਰਨ ਦੀ ਕੋਸ਼ਿਸ਼ ਕਰਦੀ, ਮੇਰੀ ਸੱਸ ਮੇਰੇ ਘਰ ਵਾਲੇ ਨੂੰ ਮੇਰੀਆਂ ਸ਼ਿਕਾਇਤਾਂ ਕਰਦੀ ਕਿ ਤੇਰੀ ਘਰ ਵਾਲੀ ਕੰਜੂਸੀ ਕਰਦੀ ਹੈ, ਇਸ ਲਈ ਮੇਰੇ ਖਰਚ ਦੇ ਪੈਸੇ ਮੈਨੂੰ ਅਲੱਗ ਤੋਂ ਭੇਜਿਆ ਕਰ। ਮੈਂ ਤੇਰੀ ਘਰ ਵਾਲੀ ਦੇ ਸਾਹਮਣੇ ਹੱਥ ਨਹੀਂ ਫੈਲਾਉਣੇ। ਤੇ ਅਜੇ ਮੈਨੂੰ ਗੁੱਸੇ ਹੋਣ ਲੱਗਦਾ ਤੇ ਕਹਿੰਦਾ, ਮੇਰੀ ਸਾਰੀ ਮਿਹਨਤ ਮੈਂ ਆਪਣੀ ਮਾਂ ਲਈ ਕਰ ਰਿਹਾ ਹਾਂ, ਤੂੰ ਕਿਉਂ ਉਹਨਾਂ ਨੂੰ ਰੋਕਦੀ ਟੋਕਦੀ ਰਹਿੰਦੀ ਹੈ। ਮੈਂ ਉਸ ਨੂੰ ਇੰਨਾ ਹੀ ਕਹਿੰਦੀ ਕਿ ਜੇ ਤੁਸੀਂ ਮਿਹਨਤ ਕਰਕੇ ਪੈਸਾ ਕਮਾਉਣਾ ਸੀ ਤਾਂ ਮੇਰੇ ਨਾਲ ਵਿਆਹ ਹੀ ਕਿਉਂ ਕੀਤਾ। ਸਭ ਔਰਤਾਂ ਵਾਂਗ ਮੇਰੀਆਂ ਵੀ ਕੁਝ ਇੱਛਾਵਾਂ ਨੇ। ਮੇਰਾ ਘਰ ਵਾਲਾ ਮੇਰੇ ਨਾਲ ਰਹੇ, ਪਰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਕਰਦਾ ਉਹਨਾਂ ਦਾ ਪੁੱਤ ਕਿੱਥੇ ਰਹਿ ਰਿਹਾ ਹੈ ਤੇ ਕਿੱਥੇ ਨਹੀਂ। ਸਾਡਾ ਘਰ ਵੀ ਕੋਈ ਬਹੁਤਾ ਵੱਡਾ ਨਹੀਂ ਸੀ। 4 ਕਮਰੇ ਸੀ, ਇੱਕ ਮੇਰਾ ਤੇ ਇੱਕ ਮੇਰੀ ਸੱਸ ਦਾ। ਇੱਕ ਕਮਰੇ ਵਿੱਚ ਬੇਸਹਾਰਾ ਕੁੜੀਆਂ ਰਹਿੰਦੀਆਂ ਸੀ ਤੇ ਇੱਕ ਕਮਰਾ ਹਮੇਸ਼ਾ ਹੀ ਖਾਲੀ ਰਹਿੰਦਾ ਸੀ। ਹਰ ਵਕਤ ਉਸ 'ਤੇ ਜਿੰਦਾ ਲੱਗਿਆ ਰਹਿੰਦਾ ਸੀ। ਮੈਂ ਅੱਜ ਤੱਕ ਉਸ ਕਮਰੇ ਨੂੰ ਕਦੇ ਨਹੀਂ ਦੇਖਿਆ ਸੀ। ਵਿਆਹ ਤੋਂ ਬਾਅਦ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਇਸ ਕਮਰੇ ਨੂੰ ਜਿੰਦਾ ਕਿਉਂ ਲਾਇਆ ਹੈ ਤਾਂ ਉਹ ਕਹਿਣ ਲੱਗੀ, ਇਸ ਵਿੱਚ ਮੇਰਾ ਸਮਾਨ ਹੈ, ਇਸ ਨੂੰ ਇਸ ਤਰ੍ਹਾਂ ਹੀ ਜਿੰਦਾ ਲੱਗਿਆ ਰਹਿੰਦਾ ਹੈ। ਭੁੱਲ ਕੇ ਵੀ ਇਸ ਕਮਰੇ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੀ। ਮੇਰੀ ਸੱਸ ਨੇ ਮੈਨੂੰ ਅਜਿਹੀ ਕੜਕ ਆਵਾਜ਼ ਵਿੱਚ ਕਿਹਾ ਸੀ ਕਿ ਮੈਨੂੰ ਬਹੁਤ ਅਜੀਬ ਲੱਗਿਆ ਕਿ ਇਹੋ ਜਿਹਾ ਵੀ ਖਾਨਾ ਰੱਖਿਆ ਸੀ ਜੋ ਇਸ ਤਰ੍ਹਾਂ ਦਾ ਵਰਤਾਓ ਕਰ ਰਹੀ ਸੀ। ਮੈਨੂੰ ਅੱਜ ਤੱਕ ਆਪਣੀ ਸੱਸ ਦੀ ਸਮਝ ਨਹੀਂ ਆਉਂਦੀ ਸੀ ਕਿ ਹੁਣ ਉਹਨਾਂ ਦਾ ਵਰਤਾਓ ਮੇਰੇ ਤੇ ਇੰਨਾ ਮਿਹਰਬਾਨ ਸੀ ਤੇ ਮੈਨੂੰ ਲੱਗਦਾ ਕਿ ਉਹ ਮੇਰੀ ਸਕੀ ਮਾਂ ਹੈ ਤੇ ਮੈਨੂੰ ਗਲ ਲਾਉਂਦੀ, ਪਿਆਰ ਕਰਦੀ ਤੇ ਕਦੀ ਇੰਨਾ ਰੁੱਖਾ ਤੇ ਅਜਨਬੀ ਜਿਹਾ ਲੱਗਦਾ ਜਿੱਦਾਂ ਅਸੀਂ ਘਰ ਵਿੱਚ ਰਹਿੰਦੇ ਹੋਏ ਵੀ ਇੱਕ ਦੂਜੇ ਤੋਂ ਅਣਜਾਣ ਹਾਂ। ਵਿਆਹ ਦੇ 1 ਮਹੀਨੇ ਬਾਅਦ ਹੀ ਮੇਰੀ ਸੱਸ ਮੈਨੂੰ ਇਹ ਕਹਿ ਕੇ ਗਈ ਕਿ ਮੈਂ ਕੰਮ ਤੇ ਜਾ ਰਹੀ ਹਾਂ ਤੇ ਵਾਪਸੀ ਤੇ ਅਨਾਥ ਆਸ਼ਰਮ ਤੋਂ ਕੁੜੀ ਲੈ ਕੇ ਆਵਾਂਗੀ, ਜੋ ਕਿ 16-17 ਸਾਲ ਦੀ ਸੀ, ਜੋ ਬਹੁਤ ਡਰੀ ਹੋਈ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਘਰ ਵਿੱਚ ਕਿਸੇ ਨੂੰ ਕੰਮ ਕਰਨ ਲਈ ਲੈ ਕੇ ਆਈ ਹੈ। ਮੈਂ ਆਪਣੀ ਸੱਸ ਨੂੰ ਕਿਹਾ, ਨੌਕਰਾਣੀ ਦੀ ਕੀ ਲੋੜ ਸੀ, ਸਾਰੇ ਘਰ ਦਾ ਕੰਮ ਤਾਂ ਆਪਾਂ ਹੀ ਕਰ ਲੈਂਦੇ ਹਾਂ। ਮੇਰੀ ਸੱਸ ਨੇ ਮੇਰੀ ਗੱਲ ਸੁਣ ਕੇ ਉਸ ਕੁੜੀ ਨੂੰ ਆਪਣੇ ਨਾਲ ਲਿਆਂਦਾ ਤੇ ਕਹਿਣ ਲੱਗੀ, ਉਹ ਇਸ ਨੂੰ ਧੀ ਬਣਾ ਕੇ ਲਿਆਈ ਹੈ, ਬੇਸਹਾਰਾ ਕੁੜੀ ਹੈ। ਇਹ ਸੁਣ ਕੇ ਮੈਂ ਚੁੱਪ ਹੋ ਗਈ। ਮੈਂ ਸੋਚਿਆ, ਚਲੋ ਕੋਈ ਗੱਲ ਨਹੀਂ, ਇਹ ਤਾਂ ਚੰਗਾ ਕੰਮ ਹੈ। ਪਰ ਇਹ ਸਿਲਸਿਲਾ ਤਾਂ ਹੁਣ ਸ਼ੁਰੂ ਹੋ ਗਿਆ ਸੀ। ਹਰ ਮਹੀਨੇ ਇੱਕ ਨਵੀਂ ਕੁੜੀ ਆਉਂਦੀ ਸੀ
ਤੇ ਮੇਰੀ ਸੱਸ ਕਹਿੰਦੀ ਸੀ ਇਹ ਬੇਸਹਾਰਾ ਹੈ। ਉਹ ਕੁੜੀਆਂ 16-17 ਸਾਲ ਦੀਆਂ ਹੁੰਦੀਆਂ ਮੈਨੂੰ ਇਹ ਸਭ ਹਰਕਤਾਂ ਬੁਰੀਆਂ ਲੱਗਦੀਆਂ ਕਿ ਜੇ ਉਹਨਾਂ ਦਾ ਭਲਾ ਕਰਨਾ ਹੀ ਸੀ ਤਾਂ ਆਸ਼ਰਮ ਵਿੱਚ ਕੁਝ ਪੈਸੇ ਦੇ ਸਕਦੇ ਸੀ, ਉਹਨਾਂ ਨੂੰ ਘਰ ਲੈ ਕੇ ਆਉਣ ਦਾ ਕੀ ਮਤਲਬ ਸੀ। ਫਿਰ ਦੂਜੀ ਗੱਲ ਇਹ ਅਜੀਬ ਸੀ ਕਿ ਉਹ ਕੁੜੀਆਂ ਜ਼ਿਆਦਾ ਕਰਕੇ ਹਰ ਸਮੇਂ ਕਮਰੇ 'ਚ ਹੀ ਰਹਿੰਦੀਆਂ ਸੀ, ਮੇਰੇ ਨਾਲ ਤਾਂ ਗੱਲ ਤੱਕ ਨਹੀਂ ਕਰਦੀਆਂ ਸੀ। ਉਹਨਾਂ ਦਾ ਖਾਣਾ ਵੀ ਮੈਨੂੰ ਬਣਾਉਣਾ ਪੈਂਦਾ, ਬਾਕੀ ਦੇ ਕੰਮ ਉਹ ਆਪ ਕਰਦੀਆਂ। ਅੱਜ ਵੀ ਮੈਂ ਅਜੇ ਨੂੰ ਸ਼ਿਕਾਇਤ ਕੀਤੀ ਤਾਂ ਮੇਰੀ ਸੱਸ ਨੂੰ ਗੁੱਸਾ ਆਇਆ। ਮੈਂ ਸਵੇਰੇ ਨਾਸ਼ਤਾ ਬਣਾ ਰਹੀ ਸੀ, ਉਸਨੇ ਮੇਰੇ ਹੱਥੋਂ ਨਾਸ਼ਤਾ ਲੈ ਲਿੱਤਾ ਤੇ ਕਹਿਣ ਲੱਗੀ ਰਹਿਣ ਦੇ, ਮੈਂ ਆਪੇ ਬਣਾ ਲਵਾਂਗੀ, ਮੇਰੇ ਤੇ ਮੇਰੀ ਕੁੜੀਆਂ ਤੇ ਅਹਿਸਾਨ ਨਾ ਕਰ। ਹਾਲੇ ਮੇਰੇ 'ਚ ਇੰਨਾ ਦਮ ਹੈਗਾ ਕਿ ਮੈਂ ਆਪ ਕੰਮ ਕਰ ਸਕਾਂ। ਮੈਂ ਸਮਝ ਗਈ ਸੀ ਜ਼ਰੂਰ ਅਜੇ ਨੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਣੀ। ਉਹ ਹਰ ਵਾਰ ਦੀ ਤਰ੍ਹਾਂ ਗੱਲ ਨੂੰ ਸਮਝਣ ਦੀ ਬਜਾਏ ਏਦਾਂ ਦਾ ਵਰਤਾਓ ਕਰ ਰਹੀ ਹੈ। ਮੈਂ ਕਿਹਾ ਮਾਂ ਜੀ ਤੁਸੀਂ ਸਮਝਦੇ ਕਿਉਂ ਨਹੀਂ, ਤੁਸੀਂ 5 ਕੁੜੀਆਂ ਅਨਾਥ ਆਸ਼ਰਮ ਤੋਂ ਲੈ ਤਾਂ ਆਏ ਹੋ, ਸਾਡੇ ਘਰ 'ਚ ਇੰਨੀ ਥਾਂ ਕਿੱਥੇ ਹੈ ਕਿ ਆਪਾਂ 5 ਕੁੜੀਆਂ ਦਾ ਖਰਚਾ ਚੁੱਕ ਲਈਏ ਤੇ ਉਹਨਾਂ ਨੂੰ ਰੱਖ ਲਈਏ। ਪਰ ਉਹ ਮੇਰੀ ਗੱਲ ਕਿੱਥੇ ਸੁਣਦੀ ਸੀ। ਕਹਿਣ ਲੱਗੀ ਕੁੜੀਆਂ ਦਾ ਮਾਮਲਾ ਹੈ, ਅੱਜ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਦੀ ਕਮਾਈ ਆਪਣੇ ਕੋਲ ਰੱਖਾਂ, ਮੈਨੂੰ ਨਹੀਂ ਚਾਹੀਦੀ। ਇਸ ਵਕਤ ਉਹ ਬਹੁਤ ਗੁੱਸੇ ਵਿੱਚ ਸੀ, ਇਸ ਲਈ ਮੈਂ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਤੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ। ਪਰ ਇਹ ਗੱਲ ਇੱਥੇ ਤੱਕ ਨਾ ਰੁਕੀ। ਕੁਝ ਦਿਨਾਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਸਿਰ 'ਚ ਦਰਦ ਰਹਿਣ ਲੱਗਿਆ ਸੀ। ਮੈਂ ਰਾਤ ਨੂੰ ਜਦੋਂ ਰੋਟੀ ਖਾ ਕੇ ਸੌਂਦੀ ਤਾਂ ਮੈਨੂੰ ਨੀਂਦ ਆ ਜਾਂਦੀ ਤੇ ਸਵੇਰੇ ਉੱਠਦੀ ਮੇਰੇ ਸਿਰ 'ਚ ਦਰਦ ਰਹਿੰਦਾ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਮੈਂ ਨਹੀਂ ਜਾਣਦੀ ਸੀ ਕਿ ਮੇਰਾ ਸਿਰ ਕਿਉਂ ਹਰ ਵਕਤ ਦੁਖਦਾ ਰਹਿੰਦਾ ਹੈ ਤੇ ਮੈਨੂੰ ਚੱਕਰ ਕਿਉਂ ਆਉਂਦੇ ਨੇ। ਮੇਰਾ ਸਾਰਾ ਦਿਨ ਨੀਂਦ ਵਿੱਚ ਰਹਿਣ ਲੱਗੀ। ਇੱਕ ਰਾਤ ਮੈਂ ਰੋਟੀ ਨਾ ਖਾਈ ਤੇ ਦੁੱਧ ਪੀ ਕੇ ਸੌਂ ਗਈ। ਉਸ ਰਾਤ ਮੈਨੂੰ ਨੀਂਦ ਨਹੀਂ ਆਈ, ਪਰ ਉਸ ਰਾਤ ਜੋ ਕੁਝ ਹੋਇਆ ਮੇਰੇ ਲਈ ਯਕੀਨ ਦੇ ਕਾਬਿਲ ਨਹੀਂ ਸੀ। ਰਾਤ ਦੇ 2 ਵਜੇ ਮੈਨੂੰ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਉਹ ਆਵਾਜ਼ ਇੰਨੀ ਤੇਜ਼ ਸੀ ਕਿ ਮੈਂ ਨੀਂਦ ਤੋਂ ਜਾਗ ਗਈ। ਮੈਂ ਉੱਠ ਕੇ ਬੈਠੀ, ਮੈਨੂੰ ਲੱਗਿਆ ਆਵਾਜ਼ ਮੇਰੇ ਕਮਰੇ ਦੇ ਨਾਲ ਵਾਲੇ ਕਮਰੇ 'ਚੋਂ ਆ ਰਹੀ ਸੀ, ਜਿਸ ਵਿੱਚ ਹਰ ਵਕਤ ਸਮੇਂ ਜਿੰਦਾ ਲੱਗਿਆ ਰਹਿੰਦਾ ਸੀ। ਉਹ ਕਮਰਾ ਮੇਰੇ ਕਮਰੇ ਦੇ ਨਾਲ ਸੀ। ਮੈਨੂੰ ਹੈਰਾਨੀ ਹੋਈ ਕਿ ਕੌਣ ਇਸ ਵਕਤ ਹੋ ਸਕਦਾ। ਮੈਂ ਆਪਣੇ ਬੈੱਡ ਤੋਂ ਉੱਠ ਖੜੀ ਹੋ ਗਈ ਤੇ ਦਰਵਾਜ਼ੇ ਤੱਕ ਗਈ। ਮੈਨੂੰ ਬਹੁਤ ਤੇਜ਼ ਝਟਕਾ ਲੱਗਿਆ ਜਦੋਂ ਮੈਂ ਦਰਵਾਜ਼ਾ ਖੋਲ੍ਹਣ ਲਈ ਆਪਣੇ ਕਮਰੇ ਦੇ ਦਰਵਾਜ਼ੇ ਦਾ ਹੈਂਡਲ ਘੁਮਾਇਆ ਤਾਂ ਦਰਵਾਜ਼ਾ ਨਾ ਖੁੱਲ੍ਹਿਆ, ਕਿਉਂਕਿ ਦਰਵਾਜ਼ਾ ਕਿਸੇ ਨੇ ਬਾਹਰੋਂ ਬੰਦ ਕੀਤਾ ਸੀ। ਮੈਂ ਦੁਬਾਰਾ ਆ ਕੇ ਆਪਣੇ ਬੈੱਡ ਤੇ ਪੈ ਗਈ ਤੇ ਸੋਚਣ ਲੱਗੀ ਕਿ ਇਹ ਚੱਲ ਕੀ ਰਿਹਾ ਹੈ। ਇਸ ਵਕਤ ਕਿਹੜੀ ਕੁੜੀ ਰੋ ਰਹੀ ਹੈ ਜਿੱਥੇ ਅੱਜ ਤੱਕ ਉਸ ਸੱਸ ਨੇ ਉਸ ਨੂੰ ਜਾਣ ਨਹੀਂ ਦਿੱਤਾ ਸੀ। ਮੇਰੇ ਕਮਰੇ ਵਿੱਚ ਇੱਕ ਬਹੁਤ ਵੱਡੀ ਬਾਰੀ ਸੀ ਜੋ ਕਿ ਵਿਹੜੇ ਵਿੱਚ ਖੁੱਲ੍ਹਦੀ ਸੀ ਤੇ ਬਾਹਰੀ ਉੱਤੇ ਲੋਹੇ ਦੇ ਸਰੀਏ ਲੱਗੇ ਸੀ। ਮੈਂ ਬਾਰੀ ਖੋਲ੍ਹੀ ਤਾਂ ਪੂਰੀ ਵਿਹੜੇ ਵਿੱਚ ਹਨੇਰਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਕਮਰੇ ਨੂੰ ਬਾਹਰੋਂ ਬੰਦ ਕਿਉਂ ਕੀਤਾ ਗਿਆ ਸੀ। ਸਾਡੇ ਘਰ ਦਾ ਨਕਸ਼ਾ ਹੀ ਕੁਝ ਅਜਿਹਾ ਸੀ ਕਿ ਬਾਹਰ ਤੋਂ ਆਉਂਦੇ ਹੀ ਇੱਕ ਵੱਡਾ ਸਾਰਾ ਵਿਹੜਾ ਸੀ ਤੇ ਸਾਰੇ ਕਮਰੇ ਦੀਆਂ ਬਾਰੀਆਂ ਵਿਹੜੇ ਵਿੱਚ ਹੀ ਖੁੱਲ੍ਹਦੀਆਂ ਸੀ। ਮੇਰੇ ਦਿਮਾਗ ਵਿੱਚ ਇਸ ਵਕਤ ਇਹ ਗੱਲ ਚੱਲ ਰਹੀ ਸੀ ਕਿ ਮਾਂ ਜੀ ਨੇ ਮੇਰਾ ਦਰਵਾਜ਼ਾ ਕਿਉਂ ਬੰਦ ਕੀਤਾ, ਕਿ ਉਹਨਾਂ ਦੀਆਂ ਲਿਆਂਦੀਆਂ ਹੋਈਆਂ ਕੁੜੀਆਂ 'ਚੋਂ ਕਿਹੜੀ ਕੁੜੀ ਉਹਨਾਂ ਦੇ ਉਸ ਕਮਰੇ ਵਿੱਚ ਬੰਦ ਕੀਤੀ ਸੀ। ਕਿਉਂਕਿ ਜਦੋਂ ਕਿ ਮੈਂ ਆਪਣੀ ਸੱਸ ਨੂੰ ਉਹਨਾਂ ਕੁੜੀਆਂ ਦੇ ਨਾਲ ਗਲਤ ਵਿਵਹਾਰ ਕਰਦੇ ਨਹੀਂ ਦੇਖਿਆ ਸੀ, ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹਨਾਂ ਕੁੜੀਆਂ ਦੇ ਵਿੱਚ ਲੜਾਈ ਹੋਈ ਹੋਊਗੀ। ਉਹਨਾਂ ਵਿੱਚੋਂ ਇੱਕ ਕੁੜੀ ਉਸ ਕਮਰੇ ਵਿੱਚ ਜਾ ਕੇ ਰੋ ਰਹੀ ਸੀ। ਕਮਰੇ ਦੀ ਚਾਬੀ ਹਮੇਸ਼ਾ ਮੇਰੀ ਸੱਸ ਦੇ ਕੋਲ ਰਹਿੰਦੀ ਸੀ। ਇਸ ਦਾ ਮਤਲਬ ਮੇਰੀ ਸੱਸ ਨੇ ਹੀ ਉਸ ਨੂੰ ਉਸ ਕਮਰੇ ਵਿੱਚ ਭੇਜਿਆ ਸੀ। ਪਰ ਕਿਉਂ? ਉਸਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ। ਪਹਿਲੀ ਵਾਰੀ ਮੈਂ ਸੋਚਿਆ ਸੀ ਕਿ ਆਖਰ ਉਸ ਕਮਰੇ ਵਿੱਚ ਕੀ ਹੈ। ਮੈਂ ਆਪਣੇ ਕਮਰੇ ਵਿੱਚ ਇਹੀ ਚੀਜ਼ ਸੋਚ ਰਹੀ ਸੀ ਕਿ ਫਿਰ ਇੱਕਦਮ ਵਿਹੜੇ ਦੀ ਲਾਈਟ ਚੱਲੀ। ਸਾਹਮਣੇ ਜੋ ਮੈਂ ਦੇਖਿਆ, ਮੇਰੇ ਹੋਸ਼ ਉੱਡ ਗਏ। ਜੋ ਕੁਝ ਮੈਂ ਦੇਖਿਆ ਸੀ ਉਹ ਇੱਕ ਬੁਰਾ ਸੁਪਨਾ ਸੀ। ਇੱਦਾਂ ਕਿਵੇਂ ਹੋ ਸਕਦਾ ਸੀ? ਮੇਰੇ ਘਰ ਵਿੱਚ ਕਿਹੋ ਜਿਹਾ ਖੇਲ ਖੇਲਿਆ ਜਾ ਰਿਹਾ ਸੀ ਜੋ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ। ਜੋ ਮੇਰੇ ਨਾਲ ਹੋ ਰਿਹਾ ਸੀ, ਮੈਨੂੰ ਲੱਗਿਆ ਮੇਰਾ ਦਿਮਾਗ ਫਟ ਜਾਊਗਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਤੇ ਮੈਂ ਆਪਣੇ ਮਾਂ-ਬਾਪ ਦੀ ਇਕੱਲੀ ਧੀ ਸੀ। ਮੇਰੇ ਪਾਪਾ ਜਰਮਨੀ ਵਿੱਚ ਕੰਮ ਕਰਦੇ ਸੀ ਤੇ ਵਿਆਹ ਤੋਂ ਬਾਅਦ ਮੇਰੀ ਮਾਂ ਨੂੰ ਵੀ ਨਾਲ ਹੀ ਲੈ ਗਏ। ਇਸ ਵਕਤ ਮੇਰਾ ਇਸ ਸ਼ਹਿਰ ਵਿੱਚ ਕੋਈ ਨਹੀਂ ਸੀ, ਨਾ ਹੀ ਮੇਰੇ ਮਾਂ-ਬਾਪ ਮੇਰੇ ਕੋਲ ਆ ਸਕਦੇ ਸੀ। ਮੈਂ ਇੱਕ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਈ ਸੀ। ਪੂਰੀ ਰਾਤ ਜਾਗਦੀ ਰਹੀ ਤੇ ਸਵੇਰੇ ਮੇਰੇ ਦਰਵਾਜ਼ੇ ਦੀ ਕੁੰਡੀ ਖੋਲ੍ਹੀ ਗਈ। ਜਦੋਂ ਮੈਂ ਕਮਰੇ 'ਚੋਂ ਬਾਹਰ ਗਈ, ਸਭ ਕੁਝ ਨਾਰਮਲ ਸੀ। ਸਾਰੀਆਂ ਕੁੜੀਆਂ ਮੇਰੀ ਸੱਸ ਨਾਲ ਨਾਸ਼ਤਾ ਕਰ ਰਹੀਆਂ ਸੀ। ਮੈਨੂੰ ਬੜੀ ਹੈਰਾਨੀ ਹੋਈ ਕਿ ਕਿਸੇ ਵੀ ਕੁੜੀ ਦੇ ਚਿਹਰੇ ਤੇ ਬੀਤੀ ਰਾਤ ਦਾ ਕੋਈ ਅਸਰ ਨਹੀਂ ਸੀ।
ਮੈਂ ਹੁਣ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਉਹ ਕੁੜੀਆਂ ਉਦਾਸ ਤੇ ਚੁੱਪ ਰਹਿੰਦੀਆਂ ਸੀ, ਬਸ ਖਾਣ ਦੇ ਵਕਤ ਹੀ ਇਕੱਠੀਆਂ ਬੈਠਦੀਆਂ ਸੀ। ਇਸ ਤੋਂ ਬਾਅਦ ਆਪਣੇ ਕਮਰੇ ਵਿੱਚ ਰਹਿੰਦੀਆਂ। ਮੈਂ ਚੁੱਪਚਾਪ ਰਸੋਈ ਵਿੱਚ ਆਈ ਤੇ ਆਪਣੇ ਲਈ ਨਾਸ਼ਤਾ ਬਣਾਉਣ ਲੱਗੀ। ਮੈਂ ਸੋਚ ਰਹੀ ਸੀ ਕਿ ਹੁਣ ਕੀ ਕਰਾਂ। ਰਾਤ ਨੂੰ ਫੇਰ ਮੇਰਾ ਕਮਰਾ ਬੰਦ ਕਰ ਦਿੱਤਾ ਜਾਊਗਾ। ਰਾਤ ਨੂੰ ਜਦੋਂ ਮੈਂ ਰਸੋਈ ਵਿੱਚੋਂ ਰੋਟੀ ਬਣਾ ਕੇ ਬਾਹਰ ਆਈ ਤਾਂ ਮੇਰੀ ਸੱਸ ਜਲਦੀ ਨਾਲ ਰਸੋਈ ਵਿੱਚ ਗਈ। ਮੈਂ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਲੁੱਕ ਕੇ ਦੇਖਣ ਲੱਗੀ ਤਾਂ ਮੇਰੀ ਸੱਸ ਨੇ ਆਪਣੇ ਲਈ ਰੋਟੀ ਕੱਢ ਲਈ ਤੇ ਬਾਕੀ ਦੇ ਖਾਣੇ ਵਿੱਚ ਇੱਕ ਪੁੜੀ ਜਿਹੀ ਮਿਲਾ ਦਿੱਤੀ। ਇਹ ਦੇਖ ਕੇ ਮੈਂ ਸਮਝ ਗਈ ਕਿ ਮੈਨੂੰ ਰਾਤ ਨੂੰ ਰੋਟੀ ਖਾਂਦੇ ਹੀ ਨੀਂਦ ਕਿਉਂ ਆ ਜਾਂਦੀ ਸੀ। ਮੇਰੀ ਸੱਸ ਕਿਸ ਤਰ੍ਹਾਂ ਦੀ ਔਰਤ ਹੈ। ਇਸ ਦਾ ਮਤਲਬ ਉਹ ਨਸ਼ੇ ਵਾਲਾ ਖਾਣਾ ਸਿਰਫ ਮੈਨੂੰ ਹੀ ਨਹੀਂ, ਉਹ ਕੁੜੀਆਂ ਨੂੰ ਵੀ ਖਵਾ ਰਹੀ ਸੀ। ਮੈਂ ਵਾਪਸ ਆਪਣੇ ਕਮਰੇ ਵਿੱਚ ਗਈ। ਪਹਿਲਾਂ ਤਾਂ ਸੋਚਿਆ ਕਿ ਅਜੇ ਨੂੰ ਫੋਨ ਕਰਕੇ ਸਭ ਦੱਸ ਦੇਵਾਂ। ਫਿਰ ਸੋਚਣ ਲੱਗੀ ਕਿ ਪਹਿਲੀ ਵਾਰ ਤਾਂ ਉਸਨੇ ਮੇਰੇ ਤੇ ਭਰੋਸਾ ਨਹੀਂ ਕਰਨਾ। ਦੂਜਾ ਡਰ ਸੀ ਕਿ ਜੇ ਅਜੇ ਨੇ ਮਾਂ ਨੂੰ ਇਹ ਗੱਲ ਦੱਸ ਦਿੱਤੀ ਤਾਂ ਪਤਾ ਨਹੀਂ ਉਹ ਮੇਰੇ ਨਾਲ ਕੀ ਸਲੂਕ ਕਰੇ। ਕੀ ਪਤਾ ਮੈਨੂੰ ਜ਼ਹਿਰ ਦੇ ਕੇ ਹੀ ਨਾ ਮਾਰ ਦੇਵੇ। ਫਿਰ ਉਹ ਕੰਮ ਮੇਰੀ ਸੱਸ ਕਰ ਰਹੀ ਸੀ। ਇਸ ਦਾ ਠੀਕ ਅੰਦਾਜ਼ਾ ਮੈਨੂੰ ਇਹਨਾਂ ਕੁੜੀਆਂ ਨੂੰ ਪੁੱਛ ਕੇ ਹੀ ਹੋ ਸਕਦਾ ਸੀ, ਕਿਉਂਕਿ ਕਦੀ-ਕਦੀ ਅੱਖਾਂ ਦੇਖਿਆ ਝੂਠ ਵੀ ਹੋ ਸਕਦਾ ਹੈ। ਮੈਂ ਸੋਚਿਆ ਕਿਉਂ ਨਾ ਮੈਂ ਅਗਲੇ ਦਿਨ ਦੁਪਹਿਰ ਨੂੰ ਜਦੋਂ ਮੇਰੀ ਸੱਸ ਸੌਂ ਜੂ, ਇਹਨਾਂ ਕੁੜੀਆਂ ਨੂੰ ਪੁੱਛਾਂ ਕਿ ਆਖਰ ਮੇਰੀ ਸੱਸ ਇਹਨਾਂ ਨੂੰ ਇੱਥੇ ਕਿਉਂ ਲੈ ਕੇ ਆਉਂਦੀ ਹੈ। ਮੈਂ ਅੱਜ ਰਾਤ ਵੀ ਰੋਟੀ ਨਹੀਂ ਖਾਈ ਤੇ ਰਾਤ ਫਿਰ ਮੇਰੇ ਨਾਲ ਵਾਲੇ ਕਮਰੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ ਮੇਰੇ ਕਮਰੇ ਵਿੱਚ ਅਜਿਹਾ ਕੁਝ ਨਹੀਂ ਸੀ ਕਿ ਮੈਂ ਉਸ ਨਾਲ ਵਾਲੇ ਕਮਰੇ ਵਿੱਚ ਦੇਖ ਸਕਾਂ। ਅੱਜ ਮੈਨੂੰ ਰੋਣ ਦੇ ਨਾਲ-ਨਾਲ ਹਲਕੀਆਂ-ਹਲਕੀਆਂ ਗੱਲਾਂ ਦੀ ਆਵਾਜ਼ ਵੀ ਆ ਰਹੀ ਸੀ। ਉਹ ਕੁੜੀ ਰੋ-ਰੋ ਕੇ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ ਤੇ ਕਹਿ ਰਹੀ ਸੀ, ਉਸ ਤੇ ਜ਼ੁਲਮ ਨਾ ਕਰੋ। ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋ ਰਿਹਾ ਸੀ ਤੇ ਮੇਰੀ ਅੱਖਾਂ ਵਿੱਚ ਹੰਝੂ ਆ ਰਹੇ ਸੀ। ਉਸ ਕੁੜੀ ਦੀਆਂ ਗੱਲਾਂ ਮੇਰੇ ਦਿਲ ਨੂੰ ਚੀਰ ਰਹੀਆਂ ਸੀ ਤੇ ਮੇਰਾ ਸਬਰ ਜਵਾਬ ਦੇ ਗਿਆ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ। ਆਖਰ ਮੇਰੀ ਸੱਸ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਹੈਰਾਨੀ ਵੱਲ ਦੇਖਣ ਲੱਗੀ ਅਤੇ ਉਹ ਸੋਚ ਰਹੀ ਸੀ ਕਿ ਮੈਂ ਤਾਂ ਇਸ ਨੂੰ ਨਸ਼ੇ ਵਾਲਾ ਖਾਣਾ ਦਿੱਤਾ ਸੀ। ਉਸ ਨੂੰ ਇਹ ਸੀ ਕਿ ਸ਼ਾਇਦ ਮੈਂ ਸੌਂ ਗਈ ਹੋਵਾਂ। ਮੈਂ ਬਾਹਰ ਆਈ ਤੇ ਨਾਲ ਵਾਲੇ ਕਮਰੇ ਨੂੰ ਖੜਕਾਉਣਾ ਸ਼ੁਰੂ ਕਰ ਦਿੱਤਾ। ਮੇਰੀ ਸੱਸ ਨੇ ਮੈਨੂੰ ਪਿੱਛੋਂ ਆ ਕੇ ਰੋਕਿਆ, ਪਰ ਮੈਂ ਉਸ ਕਮਰੇ ਨੂੰ ਖਲਵਾਉਣਾ ਸੀ। ਮੈਂ ਉਸ ਨੂੰ ਖੜਕਾਉਣਾ ਨਹੀਂ ਛੱਡਿਆ। ਆਖਰਕਾਰ ਅੰਦਰ ਜੋ ਵੀ ਇਨਸਾਨ ਸੀ, ਉਹ ਮੇਰੀ ਸੱਸ ਨੂੰ ਜਾਣਦਾ ਸੀ ਤੇ ਕਹਿਣ ਲੱਗਾ, ਕੀ ਤਮਾਸ਼ਾ ਲਾਇਆ ਹੈ, ਮੂੰਹ ਮੰਗੀ ਕੀਮਤ ਦਿੱਤੀ ਹੈ। ਮੈਂ ਉਸ ਨੂੰ ਕਿਹਾ ਕਿ ਮੇਰੇ ਘਰ ਤੋਂ ਜਿੰਨੀ ਛੇਤੀ ਹੋ ਸਕਦਾ ਬਾਹਰ ਨਿਕਲ, ਮੈਂ ਪੁਲਿਸ ਨੂੰ ਬੁਲਾਵਾਂਗੀ। ਉਹ ਮੇਰੀ ਧਮਕੀ ਤੋਂ ਡਰ ਗਿਆ ਤੇ ਬਾਹਰ ਨਿਕਲ ਗਿਆ। ਮੇਰੀ ਸੱਸ ਨੂੰ ਬੁਰਾ ਭਲਾ ਕਹਿ ਕੇ ਗਿਆ। ਮੈਂ ਕਮਰੇ ਦੇ ਵਿੱਚ ਗਈ। ਉਹਨਾਂ ਬੇਸਹਾਰਾ ਕੁੜੀਆਂ ਵਿੱਚੋਂ ਇੱਕ ਕੁੜੀ ਰੋ ਰਹੀ ਸੀ। ਉਹ ਮੈਨੂੰ ਦੇਖ ਕੇ ਮੇਰੇ ਗਲੇ ਨਾਲ ਲੱਗ ਗਈ। ਸ਼ੁਕਰ ਹੈ ਤੁਸੀਂ ਮੇਰੀ ਇੱਜ਼ਤ ਬਚਾ ਲਈ। ਤੁਸੀਂ ਸਾਨੂੰ ਇਸ ਔਰਤ ਦੇ ਜ਼ੁਲਮ ਤੋਂ ਬਚਾ ਲਿਆ। ਇਹ ਰੋਜ਼ ਨਵੇਂ ਤੋਂ ਨਵੇਂ ਮਰਦ ਨੂੰ ਬੁਲਾਉਂਦੀ ਹੈ ਤੇ ਸਾਡੀ ਰਾਤ ਦਾ ਸੌਦਾ ਕਰਦੀ ਹੈ। ਪਤਾ ਨਹੀਂ ਸਾਨੂੰ ਰੋਟੀ ਵਿੱਚ ਕੀ ਨਸ਼ਾ ਖਵਾਉਂਦੀ ਹੈ, ਜਿਸ ਨਾਲ ਸਾਨੂੰ ਹੋਸ਼ ਹੀ ਨਹੀਂ ਰਹਿੰਦੀ। ਮੇਰੀ ਸੱਸ ਨੇ ਮੈਨੂੰ ਬੁਰੀ ਤਰ੍ਹਾਂ ਪਿੱਛੋਂ ਧੱਕਾ ਦਿੱਤਾ ਤੇ ਫਿਰ ਮੈਨੂੰ ਵਾਲਾਂ ਤੋਂ ਫੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਹੁਣ ਮੈਨੂੰ ਉਸ ਕੁੜੀ ਦੇ ਚੀਕਣ ਦੀ ਆਵਾਜ਼ ਆ ਰਹੀ ਸੀ। ਸ਼ਾਇਦ ਮੇਰੀ ਸੱਸ ਉਸ ਨੂੰ ਕੁੱਟ ਰਹੀ ਸੀ। ਮੈਂ ਆਪਣਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ, ਪਰ ਕਿਸੇ ਨੇ ਨਾ ਖੋਲ੍ਹਿਆ। ਰਾਤ ਤੋਂ ਸਵੇਰ ਹੋ ਗਈ। ਸਵੇਰ ਤੋਂ ਦੁਪਹਿਰ, ਪਰ ਮੇਰੇ ਕਮਰੇ ਦਾ ਦਰਵਾਜ਼ਾ ਬੰਦ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਭੁੱਖ ਪਿਆਸ ਨਾਲ ਬੇਹਾਲ ਸੀ। ਕਈ ਵਾਰੀ ਆਪਣੇ ਦਰਵਾਜ਼ੇ ਦਾ ਕਮਰਾ ਮੈਂ ਖੜਕਾਇਆ, ਪਰ ਕਿਸੇ ਨੇ ਨਾ ਖੋਲ੍ਹਿਆ। ਮੇਰੇ ਕਮਰੇ 'ਚੋਂ ਮੇਰਾ ਫੋਨ ਵੀ ਨਹੀਂ ਸੀ। ਸ਼ਾਇਦ ਜਦੋਂ ਮੈਂ ਰੋ ਕੇ ਸੌਂ ਗਈ ਤਾਂ ਮੇਰੀ ਸੱਸ ਮੇਰਾ ਫੋਨ ਚੁੱਕ ਕੇ ਲੈ ਗਈ ਕਿ ਕਿਤੇ ਮੈਂ ਆਪਣੀ ਮਦਦ ਲਈ ਕਿਸੇ ਨੂੰ ਬੁਲਾ ਨਾ ਲਵਾਂ। ਮੈਨੂੰ ਹੁਣ ਏਦਾਂ ਲੱਗ ਰਿਹਾ ਸੀ ਜੇ ਮੈਨੂੰ ਕੁਝ ਖਾਣ ਨੂੰ ਨਾ ਮਿਲਿਆ ਮੈਂ ਮਰ ਜਾਵਾਂਗੀ। ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਸਾਹਮਣੇ ਮੇਰੀ ਸੱਸ ਦੇ ਨਾਲ 3 ਆਦਮੀਆਂ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰੇ ਕਮਰੇ ਦਾ ਦਰਵਾਜ਼ਾ ਬੰਦ ਹੋਇਆ ਤਾਂ ਮੈਂ ਆਪਣੇ ਬੈੱਡ ਦੇ ਪਿੱਛੇ ਕੋਨੇ ਵਿੱਚ ਖੜੀ ਹੋ ਗਈ। ਮੇਰੇ ਅੰਦਰ ਬਿਲਕੁਲ ਜਾਨ ਨਹੀਂ ਸੀ। ਮੇਰੀ ਸੱਸ ਨੇ ਇੱਕ ਆਦਮੀ ਵੱਲ ਇਸ਼ਾਰਾ ਕੀਤਾ ਤਾਂ ਮੇਰੀ ਜਾਨ ਨਿਕਲ ਗਈ। ਉਹ ਮੈਨੂੰ ਗੰਦੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਔਰਤਾਂ ਨਾਲ ਉਲਝਣ ਦਾ ਤੈਨੂੰ ਮੈਂ ਹੁਣ ਦਿਖਾਉਂਦੀ ਆ ਕਿੱਦਾਂ ਬਚਾਅ ਹੁੰਦਾ। ਤੇਰਾ ਮੇਰੇ ਕਮਰੇ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇੱਕ ਆਦਮੀ ਮੇਰੇ ਕੋਲ ਆਇਆ ਤੇ ਮੇਰੀ ਸੱਸ ਉਸ ਨਾਲ ਹੱਸਣ ਲੱਗੀ। ਉਸ ਆਦਮੀ ਨੇ ਮੇਰੇ ਗਲੇ ਤੋਂ ਚੁੰਨੀ ਉਤਾਰ ਦਿੱਤੀ ਤੇ ਮੈਂ ਬਹੁਤ ਬੇਬਸ ਹੋ ਰਹੀ ਸੀ। ਅੱਜ ਇਸ ਕਮਰੇ ਵਿੱਚ ਮੇਰੀਆਂ ਸਿਸਕੀਆਂ ਗੂੰਜ ਰਹੀਆਂ ਸੀ। ਮੈਂ ਜਲਦੀ ਨਾਲ ਆਪਣੀ ਸੱਸ ਦੇ ਪੈਰ ਫੜ ਲਏ ਕਿ ਮੇਰੀ ਇੱਜ਼ਤ ਨੂੰ ਬਰਬਾਦ ਨਾ ਕਰ। ਮੈਂ ਤੇਰੇ ਪੁੱਤ ਦੀ ਘਰਵਾਲੀ ਆ। ਮੇਰੀ ਗੱਲ ਸੁਣ ਕੇ ਉਸ ਨੇ ਮੇਰੇ ਵਾਲ ਫੜ ਲਏ ਤੇ ਮੈਂ ਦਰਦ ਨਾਲ ਤੜਫ ਰਹੀ ਸੀ, ਪਰ ਉਸ ਨੂੰ ਮੇਰੇ ਤੇ ਤਰਸ ਨਹੀਂ ਆ ਰਿਹਾ ਸੀ। ਉਸ ਨੇ ਕਿਹਾ, ਤੂੰ ਮੇਰੇ ਮਾਮਲੇ ਵਿੱਚ ਟੰਗ ਅੜਾਉਣੀ ਹੈ।
ਇਹ ਕਹਿ ਕੇ ਮੇਰੀ ਸੱਸ ਨੇ ਮੈਨੂੰ ਧੱਕਾ ਦੇ ਦਿੱਤਾ ਤੇ ਜ਼ਮੀਨ ਤੇ ਜਾ ਕੇ ਗਿਰੀ। ਫਿਰ ਉਹ ਆਦਮੀਆਂ ਨਾਲ ਮੇਰੇ ਕਮਰੇ 'ਚੋਂ ਬਾਹਰ ਚਲੀ ਗਈ। ਉਸ ਵਕਤ ਮੈਂ ਬਹੁਤ ਡਰੀ ਹੋਈ ਸੀ ਤੇ ਮੇਰਾ ਫ਼ੋਨ ਵੀ ਮੇਰੇ ਕੋਲ ਨਹੀਂ ਸੀ। ਹੁਣ ਮੈਂ ਬਿਲਕੁਲ ਚੁੱਪ ਸੀ ਕਿਉਂਕਿ ਇਹ ਸਭ ਮੇਰੇ ਵੱਸ ਤੋਂ ਬਾਹਰ ਸੀ। ਸਾਡੇ ਘਰ ਵਿੱਚ ਅਜਨਬੀ ਆਦਮੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਉਹਨਾਂ ਕੁੜੀਆਂ ਦੀਆਂ ਸਿਸਕੀਆਂ ਹਰ ਰਾਤ ਹੁੰਦੀਆਂ ਸੀ। ਮੈਂ ਆਪ ਬਹੁਤ ਪਰੇਸ਼ਾਨ ਹੋ ਗਈ ਸੀ, ਸਮਝ ਨਹੀਂ ਆਉਂਦਾ ਸੀ ਕੀ ਕਰਾਂ। ਫਿਰ ਇੱਕ ਦਿਨ ਉਹਨਾਂ ਵਿੱਚੋਂ ਇੱਕ ਕੁੜੀ ਮਰ ਗਈ। ਉਸਨੇ ਆਪਣੇ ਹੱਥ ਦੀ ਨਸ ਕੱਟ ਲਈ ਸੀ। ਉਹ ਇਸ ਨਰਕ ਵਾਲੀ ਜ਼ਿੰਦਗੀ ਤੋਂ ਤੰਗ ਆ ਗਈ ਸੀ। ਉਸ ਦਿਨ ਬਾਕੀ ਕੁੜੀਆਂ ਦੇ ਨਾਲ ਮੈਂ ਵੀ ਰੋ ਰਹੀ ਸੀ, ਪਰ ਮੇਰੀ ਸੱਸ ਪੱਥਰ ਸੀ। ਉਸ ਨੂੰ ਬਿਲਕੁਲ ਤਰਸ ਨਹੀਂ ਆਉਂਦਾ ਸੀ। ਉਹਨਾਂ ਵਿੱਚੋਂ ਇੱਕ ਕੁੜੀ ਮੈਨੂੰ ਕਹਿਣ ਲੱਗੀ, ਮੈਂ ਆਪਣੀ ਜਾਨ ਦੇ ਦੂੰਗੀ। ਅਜਿਹੀ ਜ਼ਿੰਦਗੀ ਤੋਂ ਤਾਂ ਮੌਤ ਚੰਗੀ ਹੈ। ਅਸੀਂ ਤਾਂ ਪਹਿਲਾਂ ਬੇਸਹਾਰਾ ਸੀ, ਅਨਾਥ ਸੀ। ਬਜਾਏ ਸਾਡੇ ਨਾਲ ਚੰਗਾ ਕਰਨ ਲਈ ਇਹ ਔਰਤ ਸਾਨੂੰ ਧੀ ਬਣਾ ਕੇ ਲਿਆਈ ਤੇ ਸਾਡੇ ਤੋਂ ਧੰਦਾ ਕਰਵਾਉਂਦੀ ਹੈ। ਇਸ ਦੇ ਬਾਅਦ ਜੋ ਗੱਲ ਉਸਨੇ ਮੈਨੂੰ ਦੱਸੀ, ਉਹ ਸੁਣ ਕੇ ਤਾਂ ਮੇਰੀ ਰੂਹ ਕੰਬ ਗਈ। ਉਸਨੇ ਕਿਹਾ ਕਿ ਇਸ ਦਾ ਪੁੱਤ ਬਾਹਰਲੇ ਮੁਲਕ ਵਿੱਚ ਇਹੀ ਕੰਮ ਕਰਦਾ ਹੈ। ਇਹ ਔਰਤ ਪਹਿਲਾਂ ਵੀ ਕਈ ਕੁੜੀਆਂ ਨੂੰ ਬਾਹਰ ਭੇਜ ਚੁੱਕੀ ਹੈ ਤੇ ਸਾਨੂੰ ਵੀ ਭੇਜਣਾ ਚਾਹੁੰਦੀ ਹੈ। ਮੇਰਾ ਦਿਲ ਏਦਾਂ ਹੋ ਗਿਆ ਜਿੱਦਾਂ ਧੜਕਣ ਹੀ ਬੰਦ ਹੋ ਜਾਊਗੀ। ਮੇਰੇ ਮਾਂ-ਬਾਪ ਨੇ ਕੀ ਦੇਖ ਕੇ ਮੇਰਾ ਵਿਆਹ ਅਜਿਹੇ ਘਰ 'ਚ ਕੀਤਾ ਸੀ? ਬਸ ਇਹੀ ਕਿ ਮੁੰਡਾ ਅਮਰੀਕਾ 'ਚ ਕਮਾਈ ਕਰਦਾ ਸੀ। ਮੈਂ ਰੋਣ ਲੱਗੀ। ਮੇਰੇ ਮਾਂ-ਬਾਪ ਨੇ ਇਹਨਾਂ ਲੋਕਾਂ ਦੀ ਬਾਹਰੀ ਇੱਜ਼ਤ ਦੇਖ ਕੇ ਕਿ ਮੁੰਡਾ ਚੰਗਾ ਕਮਾਉਂਦਾ, ਵਿਦੇਸ਼ 'ਚ ਹੈ ਤੇ ਸਾਡੀ ਕੁੜੀ ਸੌਖੀ ਰਹੂਗੀ ਤੇ ਸੱਸ ਇਕੱਲੀ ਹੈ, ਜ਼ਿਆਦਾ ਵੱਡਾ ਪਰਿਵਾਰ ਨਹੀਂ। ਕਾਸ਼ ਮੇਰੇ ਮਾਂ-ਬਾਪ ਚੰਗੀ ਤਰ੍ਹਾਂ ਘਰ-ਬਾਰ ਪਰਖ ਲੈਂਦੇ, ਕਿਉਂਕਿ ਧੀ ਕੋਈ ਮਾਮੂਲੀ ਚੀਜ਼ ਨਹੀਂ ਹੁੰਦੀ ਜਿਸ ਨੂੰ ਅੱਖਾਂ ਬੰਦ ਕਰਕੇ ਦੂਜਿਆਂ ਦੇ ਹਵਾਲੇ ਕਰ ਦਿੱਤਾ ਜਾਵੇ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸੇ ਨੂੰ ਕਸੂਰਵਾਰ ਮੰਨਾਂ, ਕਿੱਥੇ ਜਾਵਾਂ। ਇਹਨਾਂ ਦਿਨਾਂ ਵਿੱਚ ਮੇਰੀ ਸੱਸ 15-16 ਸਾਲ ਦੀ ਕੁੜੀ ਨੂੰ ਆਪਣੇ ਨਾਲ ਧੀ ਬਣਾ ਕੇ ਫੇਰ ਲੈ ਆਈ, ਪਰ ਹੁਣ ਜਿਹੜਾ ਵੀ ਕਮਰੇ ਵਿੱਚ ਜਾਂਦਾ, ਉਹ ਘਬਰਾ ਕੇ ਬਾਹਰ ਆਉਂਦਾ ਤੇ ਘਰ ਤੋਂ ਭੱਜ ਜਾਂਦਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਕਮਰੇ ਵਿੱਚ ਮਰਦ ਇੰਨਾ ਘਬਰਾ ਕੇ ਬਾਹਰ ਕਿਉਂ ਨਿਕਲਦਾ ਹੈ। ਅੱਜ ਤੱਕ ਤਾਂ ਏਦਾਂ ਕਦੇ ਨਹੀਂ ਸੀ ਹੋਇਆ। ਜੋ ਵੀ ਅੰਦਰ ਜਾਂਦਾ ਸੀ ਭੱਜਦਾ ਹੋਇਆ ਬਾਹਰ ਆਉਂਦਾ ਸੀ ਤੇ ਦੁਬਾਰਾ ਘਰ ਨਹੀਂ ਵੜਦਾ ਸੀ। ਮੇਰੀ ਸੱਸ ਦੇ ਗ੍ਰਾਹਕ ਟੁੱਟਣ ਲੱਗੇ ਸੀ ਅਤੇ ਉਹ ਬੜੀ ਪਰੇਸ਼ਾਨ ਰਹਿਣ ਲੱਗੀ ਸੀ। ਇੱਕ ਵਾਰੀ ਮੇਰੀ ਸੱਸ ਨੇ ਉਸ ਆਦਮੀ ਨੂੰ ਪੁੱਛਿਆ ਕਿ ਉਸ ਕੁੜੀ ਦੇ ਕਮਰੇ 'ਚੋਂ ਬਾਹਰ ਕਿਉਂ ਆ ਜਾਂਦੇ ਨੇ। ਕਹਿਣ ਲੱਗੀ, ਜਦੋਂ ਵੀ ਮੇਰੇ ਕਮਰੇ 'ਚ ਕੋਈ ਕੋਲ ਆਉਂਦਾ ਹੈ ਤਾਂ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਮੈਂ ਹਨੂੰਮਾਨ ਚਾਲੀਸਾ ਦਾ ਪਾਠ ਸ਼ੁਰੂ ਕਰ ਦਿੰਦੀ ਹਾਂ, ਜਿਸ ਨਾਲ ਮੇਰੇ ਸਰੀਰ ਨੂੰ ਅਜੀਬ ਜਿਹਾ ਕੁਝ ਹੋ ਜਾਂਦਾ। ਇਸ ਪਾਠ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਦੂਜਾ ਬੰਦਾ ਦੇਖ ਕੇ ਹੀ ਡਰ ਜਾਂਦਾ ਹੈ। ਜਦੋਂ ਮੈਂ ਤੇਰੀ ਸੱਸ ਦੇ ਸਾਹਮਣੇ ਪਾਠ ਕੀਤਾ ਤਾਂ ਉਹ ਚੀਕਾਂ ਮਾਰਨ ਲੱਗੀ ਤੇ ਬੇਹੋਸ਼ ਹੋ ਗਈ। ਮੈਨੂੰ ਪਤਾ ਹੈ ਪਰਮਾਤਮਾ ਦੇ ਅੱਗੇ ਕੋਈ ਪਾਪੀ ਨਹੀਂ ਰਹਿੰਦਾ। ਇਹ ਮੇਰਾ ਕੁਝ ਨਹੀਂ ਵਿਗਾੜ ਸਕਦੇ। ਮੈਂ 15 ਸਾਲ ਦੀ ਕੁੜੀ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ। ਉਸ ਦਾ ਪਰਮਾਤਮਾ ਤੇ ਇੰਨਾ ਵਿਸ਼ਵਾਸ ਤੇ ਇੰਨੀ ਘੱਟ ਉਮਰ ਵਿੱਚ ਕਿੰਨਾ ਮਜ਼ਬੂਤ ਸੀ। ਮੇਰੀ ਸੱਸ ਨੂੰ ਦੁਬਾਰਾ ਹੋਸ਼ ਨਾ ਆਇਆ, ਉਹ ਮਰ ਗਈ ਸੀ। ਤੇ ਜਦੋਂ ਅਜੇ ਵਾਪਸ ਆਇਆ ਤਾਂ ਮੈਂ ਉਸ ਤੋਂ ਤਲਾਕ ਲੈ ਲਿਆ ਤੇ ਆਪਣੇ ਮਾਂ-ਪਿਓ ਕੋਲ ਜਰਮਨੀ ਚਲੀ ਗਈ ਸੀ। ਮੈਂ ਜਦ ਵੀ ਮੰਦਰ ਜਾਂਦੀ ਹਾਂ ਤਾਂ ਮੇਰੇ ਸਾਹਮਣੇ ਉਸ ਕੁੜੀ ਦਾ ਚਿਹਰਾ ਆ ਜਾਂਦਾ ਹੈ। ਉਸ ਦਾ ਪਰਮਾਤਮਾ ਤੇ ਵਿਸ਼ਵਾਸ ਮੈਨੂੰ ਯਾਦ ਆ ਜਾਂਦਾ ਹੈ। ਉਸ ਨੂੰ ਲੱਗਦਾ ਸੀ ਕਿ ਉਸ ਦਾ ਪਾਠ ਉਸ ਦੀ ਰੱਖਿਆ ਕਰੂਗਾ ਤੇ ਇਦਾਂ ਹੀ ਹੋਇਆ। ਕਾਸ਼ ਪਰਮਾਤਮਾ ਸਾਡੇ ਦਿਲਾਂ ਦੇ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰ ਦੇਵੇ ਤਾਂ ਸਾਰੇ ਮਸਲੇ ਆਪੇ ਹੀ ਹੱਲ ਹੋ ਜਾਣ ਤੇ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਸਰਿਆਂ ਤੋਂ ਮਦਦ ਲੈ ਕੇ ਹੱਲ ਨਾ ਕਰੀਏ। ਤੇ ਪਰਮਾਤਮਾ ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਇੱਕ ਉਹੀ ਹੈ ਜੋ ਆਪਣੀ ਹਰ ਤਰ੍ਹਾਂ ਨਾਲ ਮਦਦ ਕਰਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਜੀ। ਆਪਾਂ ਫੇਰ ਮਿਲਾਂਗੇ ਨਵੀਂ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।